बेटा today's topic is reactions in solutions। बेटे अक्सर ਜਿਹੜੀਆਂ reactions हैं ਉਹ solution form ਦੇ ਵਿੱਚ occur ਹੁੰਦੀਆਂ। solution ਕੀ ਚੀਜ਼ ਹੁੰਦੀ ਹੈ? solution is a homogeneous mixture where solvent and solute are mixed uniformly together। solvent ਕੀ ਚੀਜ਼ ਹੁੰਦੀ ਹੈ ਬੇਟਾ ਜੀ? ਜਦੋਂ ਆਪਾਂ ਦੋ ਕੰਪੋਨੈਂਟਸ ਨੂੰ ਮਿਕਸ ਕਰਦੇ ਆਂ, ਆਪਸ ਚ ਘੋਲਦੇ ਆਂ, ਜਿਹੜੇ ਕੰਪੋਨੈਂਟ ਨੂੰ ਅਸੀਂ ਵੱਧ ਮਾਤਰਾ ਚ ਲੈਂਦੇ ਆਂ, ਮੋਰ ਅਮਾਉਂਟ ਚ ਲੈਂਦੇ ਆਂ, ਉਹਨੂੰ ਅਸੀਂ ਕਹਿੰਦੇ ਆਂ ਸੋਲਵੈਂਟ, ਔਰ ਜਿਹੜੇ ਕੰਪੋਨੈਂਟ ਨੂੰ ਘੱਟ ਅਮਾਉਂਟ ਚ ਲੈਂਦੇ ਆਂ ਉਹਨੂੰ ਕਹਿੰਦੇ ਆਂ ਸੋਲਿਊਟ। ਜਿਸ ਤਰ੍ਹਾਂ ਨਮਕ ਨੂੰ ਪਾਣੀ ਚ ਘੋਲਿਆ, ਅਕਸਰ ਆਪਾਂ ਨਮਕ ਥੋੜੀ ਅਮਾਉਂਟ ਚ ਲੈਂਦੇ ਆਂ ਤੇ ਪਾਣੀ ਜ਼ਿਆਦਾ ਅਮਾਉਂਟ ਚ ਲੈਂਦੇ ਆਂ। ਨਮਕ ਨੂੰ ਕਵਾਂਗੇ ਸੋਲਿਊਟ ਔਰ ਪਾਣੀ ਨੂੰ ਕਵਾਂਗੇ ਸੋਲਵੈਂਟ। ਜਿਸ ਚੀਜ਼ ਨੂੰ ਘੋਲਿਆ ਜਾਂਦਾ ਹੈ ਉਹਨੂੰ ਕਹਿੰਦੇ ਆ ਸੋਲਿਊਟ, ਔਰ ਜਿਹਦੇ ਵਿੱਚ ਘੋਲਿਆ ਜਾਂਦਾ ਹੈ ਉਹਨੂੰ ਕਹਿੰਦੇ ਆ ਸੋਲਵੈਂਟ। ਇਹਨਾਂ ਦੋਨਾਂ ਦੇ ਹੋਮੋਜੀਨਸ ਮਿਕਸਚਰ ਨੂੰ ਕਿਹਾ ਜਾਂਦਾ ਹੈ ਸੋਲਿਊਸ਼ਨ। ਸੋ ਸੋਲਿਊਸ਼ਨ ਦੇ ਲਈ ਆਪਾਂ ਨੂੰ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਕੰਸੈਂਟ੍ਰੇਸ਼ਨ। ਕੰਸੈਂਟ੍ਰੇਸ਼ਨ ਦਾ ਕੀ ਮਤਲਬ ਹੁੰਦਾ ਹੈ ਕਿ ਕਿਸੇ ਸੋਲਿਊਸ਼ਨ ਦੇ ਵਿੱਚ ਕਿੰਨਾ ਸੋਲਿਊਟ ਘੋਲਿਆ ਗਿਆ ਹੈ, ਕਿੰਨੇ ਸੋਲਵੈਂਟ ਦੇ ਵਿੱਚ ਘੋਲਿਆ ਗਿਆ ਹੈ, ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ ਸੋਲਿਊਸ਼ਨ ਦੇ ਵਿੱਚ ਕਿੰਨਾ ਸੋਲਿਊਟ ਪ੍ਰੈਜ਼ੈਂਟ ਹੈ। amount of solute present in given quantity of solvent ਜਾਂ solution, ਉਹਨੂੰ ਆਪਾਂ ਕਹਿੰਦੇ ਹਾਂ concentration। concentration is expressed in following ways। ਕਾਫੀ ਤਰੀਕੇ ਹੁੰਦੇ ਆ concentration ਨੂੰ ਐਕਸਪ੍ਰੈਸ ਕਰਨ ਦੇ। ਮੇਨ ਜਿਹੜੇ ਤਰੀਕੇ ਹੈ percentage, molarity, molality, normality ਤੇ mole fraction। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ percentage। percentage ਨੂੰ ਜਿਸ ਤਰ੍ਹਾਂ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ 100 ਦੇ ਪਿੱਛੇ ਆਪਾਂ ਕਿੰਨਾ ਸੋਲਿਊਟ ਹੈ ਉਹਦੀ ਵੈਲਿਊ ਦੱਸਣੀ ਹੈ। percentage ਐਕਸਪ੍ਰੈਸ ਕਰਨ ਦੇ ਮੇਨਲੀ ਤਿੰਨ ਤਰੀਕੇ ਹੈ। weight by weight, ਜਿਹਨੂੰ ਆਪਾਂ mass percentage ਵੀ ਕਹਿੰਦੇ ਹਾਂ। ਵੋਲਿਊਮ ਪਰਸੈਂਟੇਜ, ਜਿਹਨੂੰ ਆਪਾਂ V by V ਵੀ ਲਿਖ ਸਕਦੇ ਹਾਂ। ਤੇ ਮੋਸਟ ਇੰਪੋਰਟੈਂਟ ਆਫ ਆਲ ਇਜ਼ weight by volume percentage, ਜਿਹਨੂੰ ਆਪਾਂ W by V ਲਿਖਦੇ ਹਾਂ। ਤੇ ਇੱਕ ਸਪੈਸ਼ਲ ਕੇਸ ਹੁੰਦਾ ਹੈ ਜਿਹਨੂੰ ਆਪਾਂ ਪਰਸੈਂਟੇਜ ਦੇ ਨਾਲ ਸਟੱਡੀ ਕਰਦੇ ਹਾਂ, ਪਰ ਇਹਨੂੰ ਪਰਸੈਂਟੇਜ ਨਹੀਂ ਕਹਿੰਦੇ, ਇਹਨੂੰ ਆਪਾਂ ਕਹਿੰਦੇ ਹਾਂ ਪਾਰਟਸ ਪਰ ਮਿਲੀਅਨ ਜਾਂ PPM। ਸਭ ਤੋਂ ਪਹਿਲਾਂ ਆਪਾਂ ਮਾਸ ਪਰਸੈਂਟੇਜ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਾਸ ਪਰਸੈਂਟੇਜ ਕੀ ਹੁੰਦੀ ਹੈ? ਜਦੋਂ ਬੇਟੇ ਦੋ ਸੋਲਿਡਸ ਨੂੰ ਮਿਕਸ ਕੀਤਾ ਜਾਂਦਾ ਹੈ, ਜਿਵੇਂ ਆਪਾਂ weight ਦੀ ਟਰਮ ਦੇ ਵਿੱਚ, ਚਾਹੇ ਸੋਲਿਡ ਹੈ ਚਾਹੇ ਲਿਕੁਇਡ ਹੈ, ਜਦੋਂ ਆਪਾਂ ਦੋ weight ਭਾਰ ਨੂੰ ਆਪਾਂ ਕੰਸੀਡਰ ਕਰਦੇ ਹਾਂ ਤਾਂ ਉਦੋਂ ਆਪਾਂ ਮਾਸ ਪਰਸੈਂਟੇਜ ਦਾ ਇਸਤੇਮਾਲ ਕਰਦੇ ਹਾਂ, ਜਿਹਨੂੰ ਆਪਾਂ W by W ਵੀ ਕਹਿੰਦੇ ਹਾਂ। It is the mass of component per 100 gram of solution। ਇੱਥੇ ਆਪਾਂ solution ਦਾ ਵੀ ਭਾਰ ਲੈ ਰਹੇ ਹਾਂ। Example, 10 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਨੂੰ ਆਪਾਂ 50 ਗ੍ਰਾਮ ਪਾਣੀ ਦੇ ਵਿੱਚ ਡਿਸੋਲਵ ਕੀਤਾ। ਪਾਣੀ ਦਾ ਆਪਾਂ ਇੱਥੇ ਭਾਰ ਲੈ ਰਹੇ ਹਾਂ। ਸੋ W by W ਮਾਸ ਪਰਸੈਂਟੇਜ ਕੀ ਬਣੇਗੀ? 10 divided by 10 plus 50, ਯਾਨੀ weight of solution ਲੈਣਾ ਹੈ ਇੱਥੇ ਆਪਾਂ। ਸੋ ਆਪਾਂ ਮਾਸ ਪਰਸੈਂਟੇਜ ਨੂੰ ਲਿਖ ਸਕਦੇ ਹਾਂ weight of component, ਜਿਹੜੇ ਕੰਪੋਨੈਂਟ ਦੀ ਆਪਾਂ ਮਾਸ ਪਰਸੈਂਟੇਜ ਦੇਖ ਰਹੇ ਹਾਂ, upon weight of solution into 100। So that way ਇੱਥੇ ਆਪਾਂ weight of solution ਲੈਣਾ ਹੈ ਤਾਂ solute plus solvent ਦੋਨਾਂ ਦਾ ਭਾਰ ਦੇਖ ਰਹੇ ਹਾਂ। ਟੋਟਲ ਭਾਰ solution ਦਾ ਬਣ ਗਿਆ 60 ਗ੍ਰਾਮ। So 10 upon 60 into 100, mass percentage comes out to be 16.2%। ਇਸੇ ਤਰ੍ਹਾਂ ਹੁਣ volume percentage। ਵੋਲਿਊਮ ਪਰਸੈਂਟੇਜ ਦੀ ਡੈਫੀਨੇਸ਼ਨ ਆਪਾਂ ਕਦੋਂ ਇਸਤੇਮਾਲ ਕਰਨੀ ਹੈ? ਜਦੋਂ ਲਿਕੁਇਡ ਟਰਮੀਨੋਲੋਜੀਜ਼ ਦੇ ਵਿੱਚ ਆਪਾਂ ਸੋਲਿਊਸ਼ਨ ਡਿਸਕਸ ਕਰ ਰਹੇ ਹਾਂ, ਯਾਨੀ ਇੱਕ ਕੰਪੋਨੈਂਟ ਵੋਲਿਊਮ ਦੀ ਸ਼ਕਲ ਦੇ ਵਿੱਚ, ਕਿਸੇ ਇੱਕ ਕੰਪੋਨੈਂਟ ਦਾ ਵੋਲਿਊਮ ਡਿਵਾਈਡਡ ਬਾਈ ਵੋਲਿਊਮ ਆਫ ਸੋਲਿਊਸ਼ਨ, ਉਹਨੂੰ ਆਪਾਂ ਕਵਾਂਗੇ ਵੋਲਿਊਮ ਪਰਸੈਂਟੇਜ। ਫॉर एग्जांपल ਆਪਾਂ ਕੋਈ ਵੀ ਕੰਪੋਨੈਂਟ ਲੈ ਲੈਣੇ, ਜਿਸ ਤਰ੍ਹਾਂ ਲੈਮਨ ਜੂਸ ਹੈ, ਜੇ ਉਹਨੂੰ ਆਪਾਂ ਵਾਟਰ ਚ ਡਿਸੋਲਵ ਕਰਕੇ ਸੋਲਿਊਸ਼ਨ ਬਣਾਇਆ, 10 ml ਆਪਾਂ ਲੈਮਨ ਜੂਸ ਲਿੱਤਾ ਹੈ ਔਰ ਆਪਣਾ ਸੋਲਿਊਸ਼ਨ 90 ml ਟੋਟਲ ਤਿਆਰ ਹੋਇਆ ਪਾਣੀ ਮਿਕਸ ਕਰਕੇ।
सो ਆਪਾਂ 10/90 into 100 ਕਰਾਂਗੇ ਤਾਂ that will be volume percentage. Most important of all, which is used in our daily life, especially in case of medicines, ਉੱਥੇ ਆਪਾਂ weight by volume ਨੂੰ ਇਸਤੇਮਾਲ ਕਰਦੇ ਹਾਂ। ਜਦੋਂ ਇੱਕ solid ਨੂੰ liquid ਦੇ ਵਿੱਚ dissolve ਕੀਤਾ ਜਾਂਦਾ ਹੈ ਤੇ measurement ਦੇ ਵਿੱਚ ਆਪਾਂ solid ਦਾ ਭਾਰ ਲੈ ਰਹੇ ਹਾਂ ਤੇ solution ਕਿੰਨਾ ਤਿਆਰ ਹੋਇਆ ਉਹਦਾ volume ਲੈ ਰਹੇ ਹਾਂ, ਇਹਨੂੰ ਆਪਾਂ ਕਵਾਂਗੇ weight by volume. Weight of solute divided by volume of solution multiplied by 100. Weight by volume ਤੇ based ਆਪਾਂ ਇੱਕ question ਕਰਕੇ ਦੇਖਦੇ ਹਾਂ। Question ਹੈ a sugar solution is 10%, bracket ਚ ਲਿਖਿਆ ਹੋਇਆ weight by volume. Find weight by weight, ਇਹਨੂੰ mass percentage ਵੀ ਕਿਹਾ ਜਾ ਸਕਦਾ ਹੈ, if density of solution is 1.25 gram per milliliter. ਹੁਣ ਆਪਾਂ ਨੂੰ ਇੱਥੇ weight by volume ਤੋਂ 10% ਤੋਂ ਕੀ ਇੰਡੀਕੇਟ ਹੋ ਰਿਹਾ ਹੈ, ਸਾਨੂੰ ਇਹ ਸਮਝ ਆ ਰਿਹਾ ਹੈ ਕਿ 10 ਗ੍ਰਾਮ ਸੋਲਿਊਟ ਦਾ ਮਾਸ ਹੈ ਤੇ ਵੋਲਿਊਮ ਆਫ ਸੋਲਿਊਸ਼ਨ ਇਜ਼ 100 ml. ਵੋਲਿਊਮ ਆਫ ਸੋਲਿਊਸ਼ਨ ਇਜ਼ 100 ml. ਆਪਾਂ ਨੂੰ ਸੋਲਿਊਸ਼ਨ ਦੀ ਡੈਂਸਿਟੀ ਦਿੱਤੀ ਹੋਈ ਹੈ 1.25 ਗ੍ਰਾਮ ਪਰ ml. So density of solution is equal to mass of solution upon volume of solution. Values put ਕਰਾਂਗੇ ਆਪਾਂ density और volume of solution ਦੀਆਂ ਤਾਂ ਆਪਣੇ ਕੋਲੇ ਇੱਥੇ mass of solution ਆ ਜਾਏਗਾ multiply ਕਰਨ ਤੇ 125 gram ਤੇ ਆਪਾਂ calculate ਕੀ ਕਰਨਾ ਹੈ, weight by weight percentage calculate ਕਰਨੀ ਹੈ। weight by weight percentage ਦਾ ਆਪਣਾ formula ਕੀ ਹੁੰਦਾ ਹੈ, weight by weight ਜਦੋਂ ਆਪਾਂ calculate ਕਰਦੇ ਹਾਂ ਤਾਂ ਉੱਥੇ ਆਪਣਾ formula ਹੁੰਦਾ ਹੈ mass of component, mass of solute divided by mass of solution into 100. So ਆਪਾਂ ਇੱਥੇ mass of solute ਕਿੰਨਾ ਹੈ, ਆਪਾਂ ਨੂੰ ਦਿੱਤਾ ਹੋਇਆ ਹੈ 10 ਗ੍ਰਾਮ ਤੇ mass of solution ਜੋ ਆਪਾਂ calculate ਕੀਤਾ ਹੈ that is 125. ਵੈਲਿਊ ਇੱਥੇ ਪੁੱਟ ਕਰਾਂਗੇ, ਆਪਣੇ ਕੋਲੇ ਆਨਸਰ ਆ ਜਾਂਦਾ ਹੈ 8%. ਬੇਟਾ ਪਰਸੈਂਟੇਜ ਦੇ ਨਾਲ ਹੀ ਆਪਾਂ ਪਾਰਟਸ ਪਰ ਮਿਲੀਅਨ ਸਟੱਡੀ ਕਰਨਾ ਹੈ, ਜਿਹਨੂੰ ਆਪਾਂ ppm ਵੀ ਕਹਿ ਦਿੰਦੇ ਹਾਂ। ਜਦੋਂ ਕਿਸੇ ਸੋਲਿਊਸ਼ਨ ਦੇ ਵਿੱਚ ਸੋਲਿਊਟ ਦੀ ਅਮਾਉਂਟ ਬਹੁਤ ਹੀ ਘੱਟ ਹੋਵੇ, ਸਮਾਲਰ ਅਮਾਉਂਟਸ ਚ ਲਿੱਤਾ ਗਿਆ ਸੋਲਿਊਟ ਜਿਹਨੂੰ ਅਸੀਂ ਕਹਿ ਸਕਦੇ ਹਾਂ ਟ੍ਰੇਸ ਕੁਆਂਟੀਟੀਜ਼ ਦੇ ਵਿੱਚ ਵੀ ਹੈ, ਤਾਂ ਉਹ ਟ੍ਰੇਸ ਕੁਆਂਟੀਟੀਜ਼ ਨੂੰ ਸ਼ੋ ਕਰਨ ਦੇ ਲਈ, ਡਿਪਿਕਟ ਕਰਨ ਦੇ ਲਈ ਅਸੀਂ ppm ਯੂਨਿਟ ਦੀ ਵਰਤੋਂ ਕਰਦੇ ਹਾਂ ਪਾਰਟਸ ਪਰ ਮਿਲੀਅਨ ਦੀ। ਪਾਰਟਸ ਪਰ ਮਿਲੀਅਨ ਬਹੁਤ ਹੀ ਛੋਟੀ ਮਾਤਰਾ ਨੂੰ ਕੰਫਰਟੇਬਲ ਟਰਮ ਦੇ ਵਿੱਚ ਸਮਝਣ ਦੇ ਵਿੱਚ ਹੈਲਪ ਕਰਦਾ ਹੈ। ppm ਦਾ ਫਾਰਮੂਲਾ ਕੀ ਹੁੰਦਾ ਹੈ, mass of component upon total mass of solution multiplied by 10 raised to power 6. ਹੁਣ ਜਿਸ ਤਰ੍ਹਾਂ ਆਪਾਂ ਵੱਡੇ ਸ਼ਹਿਰਾਂ ਦੇ ਵਿੱਚ ਪੋਲਿਊਸ਼ਨ ਦੀ ਮਾਤਰਾ ਜੇ ਆਪਾਂ ਦੱਸਣੀ ਹੋਵੇ ਤਾਂ ਕਹਿ ਸਕਦੇ ਹਾਂ ਕਿ 10 ml ਸਲਫਰ ਡਾਈਆਕਸਾਈਡ ਜਿਹੜੀ ਹੈ ਉਹ 1000 ਲੀਟਰ ਆਫ 에ਅਰ ਦੇ ਵਿੱਚ ਪ੍ਰੈਜ਼ੈਂਟ ਹੈ। ਮਤਲਬ ਇਹ ਹੈ ਕਿ ਇੱਥੇ ਮੈਂ 10 ml ਪੁੱਟ ਕੀਤਾ ਤੇ ਇੱਥੇ ਮੈਂ 1000 ਲੀਟਰ ਦੀ ਬਜਾਏ 10 raised to power 6 ml ਲਿਖ ਦਿੰਨੀ ਹੈ। 10 raised to power 6 10 raised to power 6 ਦੇ ਨਾਲ ਕੈਂਸਲ ਆਊਟ ਹੋ ਜਾਏਗਾ ਔਰ ਆਪਣੇ ਕੋਲੇ 10 ppm ਆਨਸਰ ਆ ਜਾਏਗਾ। So 10 ppm is better to write than 10 ml per 1000 ਲੀਟਰ। ਇਹਨੂੰ ਸਮਝਣਾ ਬੇਟਾ ਮੁਸ਼ਕਿਲ ਹੁੰਦਾ ਹੈ, ਇਹਨੂੰ ਸਮਝਣਾ ਆਸਾਨ ਹੁੰਦਾ ਹੈ। ਜਦੋਂ ਕਿਸੇ ਸੋਲਿਊਸ਼ਨ ਵਿੱਚ ਸੋਲਿਊਟ ਬਹੁਤ ਛੋਟੀ ਮਾਤਰਾ ਦੇ ਵਿੱਚ ਪ੍ਰੈਜ਼ੈਂਟ ਹੋਵੇ ਤਾਂ ਆਪਾਂ ppm ਯੂਨਿਟਸ ਦੇ ਵਿੱਚ ਉਹਨੂੰ ਐਕਸਪ੍ਰੈਸ ਕਰਦੇ ਹਾਂ। ਕੰਸੈਂਟ੍ਰੇਸ਼ਨ ਦਾ ppm ਯੂਨਿਟ ਜਦੋਂ ਟ੍ਰੇਸ ਕੁਆਂਟੀਟੀਜ਼ ਵਿੱਚ ਸੋਲਿਊਟ ਹੋਵੇ ਉਦੋਂ ਇਸਤੇਮਾਲ ਕੀਤਾ ਜਾਂਦਾ ਹੈ। Next concentration term is molarity. Molarity may be defined as number of moles of solute dissolved per liter of solution. Is the units होंगे बेटा mole per liter और इनू अपना capital M दे नाल denote करते हैं। Definition तो ही इस दा formula आ जाता है अपने कोले कि किन्ने moles solute दे कोले गए हैं total किन्ने solution दे विच और solution नू अपना liters च लेना है।
ਆਪਾਂ ਨੂੰ ਨੰਬਰ ਆਫ ਮੋਲਸ ਆਫ ਸੋਲਿਊਟ ਦਾ ਫਾਰਮੂਲਾ ਪਤਾ ਹੈ ਕਿ ਗਿਵਨ ਮਾਸ ਅਪਨ GMM ਇਜ਼ ਦਾ ਨੰਬਰ ਆਫ ਮੋਲਸ। ਸੋ ਇਸ ਦੇ ਵਿੱਚ ਆਪਾਂ GMM ਔਰ ਗਿਵਨ ਮਾਸ ਇਹ ਵੈਲਿਊਜ਼ ਪੁੱਟ ਕਰ ਦਿੰਨੇ ਆ multiplied by 1 upon volume of solution in liter। suppose ਆਪਾਂ volume ਜਿਹੜਾ ਹੈ ਉਹ ਲੀਟਰ ਦੀ ਬਜਾਏ ਮਿਲੀਲੀਟਰ ਚ ਲੈ ਲੈਣੇ ਆ ਤਾਂ same formula turns out to be in this very form: molarity is equal to given mass upon GMM into 1000 upon volume in milliliter। मोलैरिटी ते बेस्ड आप एक क्वेश्चन करते हैं जिनकी स्टेटमेंट है 4 ग्राम ऑफ NaOH is dissolved in water and solution is made 100 centimeter cube। Calculate molarity of solution। पहला बेटा आप इस क्वेश्चन नू अंडरस्टैंड करने की कोशिश करते हैं। ਆਪਾਂ ਨੂੰ ਇਹ ਦੱਸਿਆ ਗਿਆ ਹੈ ਕਿ 4 ग्राम NaOH ਜਿਹੜਾ ਹੈ ਉਹ ਪਾਣੀ ਦੇ ਵਿੱਚ ਡਿਸੋਲਵ ਕੀਤਾ ਗਿਆ। बेटे अपने कोले कुछ इस तरह दी लैबोरेटरी दे विच फ्लास्क्स हुंदियां जिन्हां नूं आपां वॉल्यूमेट्रिक फ्लास्क भी कहने हैं। इनदे विच आपां 4 ग्राम 4 ग्राम NaOH ऐड कर दिता। इत्थे 4 ग्राम पाउडर NaOH है ते आपां इनदे विच थोड़ा जा लिटिल अमाउंट ऑफ वाटर ऐड कीती ते इत्थे मार्क लिखिया होया है 100 ml जिन्हों आपां सेंटीमीटर क्यूब भी कह दिन्ने हैं, सीसी भी कह दिन्ने हैं। आपां पहले 4 ग्राम NaOH पाया, फिर उसके बाद थोड़ा जा पानी पाया ते फिर पानी जदों ये पूरा घुल गया फिर होर पानी इस पॉइंट तक फिल अप कर दिता तां अपने कोले इत्थे एक NaOH सोडियम हाइड्रोक्साइड सोल्यूशन प्रिपेयर हो गया। ਆਪਾਂ ਇਹ ਦੱਸਣਾ ਹੈ ਕਿ ਇਸ ਸੋਲਿਊਸ਼ਨ ਦੀ ਮੋਲੈਰਿਟੀ ਕਿੰਨੀ ਹੈ, ਇਹ ਆਪਣਾ ਸਵਾਲ ਹੈ। ਹੁਣ ਆਪਾਂ ਫਾਰਮੂਲਾ ਦੇ ਵਿੱਚ ਵੈਲਿਊਜ਼ ਪੁੱਟ ਕਰਦੇ ਹਾਂ। ਫਾਰਮੂਲਾ ਆਪਾਂ ਨੂੰ ਪਤਾ ਹੈ ਗਿਵਨ ਮਾਸ ਅਪਨ GMM, ਕਿੰਨੀ ਅਮਾਉਂਟ ਲਿੱਤੀ ਗਈ ਹੈ NaOH ਦੀ 4 ਗ੍ਰਾਮ, GMM is 40, ਮੋਲਰ ਮਾਸ is 40 ਤੇ ਵੋਲਿਊਮ ਆਫ ਸੋਲਿਊਸ਼ਨ ਕਿੰਨਾ ਹੈ ਆਪਾਂ ਨੂੰ ਦੱਸਿਆ ਗਿਆ ਹੈ ਕਿ ਵੋਲਿਊਮ ਆਫ ਸੋਲਿਊਸ਼ਨ is 100 ml। ਤਾਂ ਆਪਾਂ ਫਾਰਮੂਲਾ ਦੇ ਵਿੱਚ ਪੁੱਟ ਕਰ ਦਵਾਂਗੇ ਆਪਣੇ ਕੋਲੇ ਕੈਲਕੂਲੇਸ਼ਨ ਕਰਨ ਤੇ ਇਟ ਵਿਲ ਕਮ ਆਊਟ ਟੂ ਬੀ 1 ਮੋਲਰ ਸੋਲਿਊਸ਼ਨ। 1 ਮੋਲਰ ਸੋਲਿਊਸ਼ਨ ਦਾ ਮਤਲਬ ਕੀ ਹੈ ਕਿ 1 ਮੋਲ ਹਰ ਲੀਟਰ ਦੇ ਵਿੱਚ ਡਿਸੋਲਵ ਕੀਤਾ ਗਿਆ ਹੈ। ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਜਾਂ ਐਦਾਂ ਵੀ ਲਿਖ ਸਕਦੇ ਹਾਂ। ਇੱਥੇ ਇੱਕ ਪੁਆਇੰਟ ਨੋਟ ਕਰਨ ਵਾਲਾ ਹੈ ਕਿ ਮੋਲੈਰਿਟੀ ਦੀ ਇੱਕ ਡਿਸਐਡਵਾਂਟੇਜ ਵੀ ਹੁੰਦੀ ਹੈ। ਡਿਸਐਡਵਾਂਟੇਜ ਕੀ ਹੈ ਕਿ ਜਦੋਂ ਟੈਂਪਰੇਚਰ ਬਦਲਦਾ ਹੈ ਤਾਂ ਮੋਲੈਰਿਟੀ ਦੀ ਵੈਲਿਊ ਵੀ ਚੇਂਜ ਹੋ ਜਾਂਦੀ ਹੈ। ਕਿਉਂ ਚੇਂਜ ਹੋ ਜਾਂਦੀ ਹੈ? ਕਿਉਂਕਿ ਆਪਾਂ ਨੂੰ ਪਤਾ ਹੈ ਜਦੋਂ ਟੈਂਪਰੇਚਰ ਚੇਂਜ ਹੋਏਗਾ ਤਾਂ ਲਿਕੁਇਡ ਜਿਹੜੇ ਹੈ ਉਹ ਐਕਸਪੈਂਡ ਜਾਂ ਕੰਟਰੈਕਟ ਕਰਦੇ ਹੈ। ਕਿਵੇਂ? ਜਿਵੇਂ ਤੁਹਾਨੂੰ ਮੈਂ ਇੱਥੇ ਸਮਝਾਇਆ ਬੇਟਾ ਕਿ ਆਪਾਂ ਪਹਿਲੇ ਸੋਲਿਡ ਜਾਂ ਸੋਲਿਊਟ ਜਿਹੜਾ ਹੈ ਉਹ ਫਲਾਸਕ ਚ ਪਾ ਦਿੰਨੇ ਆ, ਫਿਰ ਥੋੜੇ ਜਿਹੇ ਪਾਣੀ ਚ ਉਹਨੂੰ ਘੋਲ ਦਿੰਨੇ ਆ, ਫਿਰ ਆਪਾਂ ਉਹਦਾ ਵੋਲਿਊਮ ਜਿਹੜਾ ਹੈ ਪ੍ਰਿਸਕ੍ਰਾਈਬਡ ਅਮਾਉਂਟ ਤੱਕ ਲੈ ਕੇ ਜਾਂਦੇ ਆ ਵਾਟਰ ਹੋਰ ਐਡ ਕਰਕੇ। ਸਪੋਜ਼ ਆਪਾਂ ਇਹ ਸਵੇਰ ਦੇ ਟਾਈਮ ਬਣਾ ਕੇ ਰੱਖਿਆ ਤੇ ਦੁਪਹਿਰ ਦੇ ਟਾਈਮ ਜਿਹੜਾ ਸੋਲਿਊਸ਼ਨ ਟੈਂਪਰੇਚਰ ਹੈ ਉਹ ਸਪੋਜ਼ਿਡਲੀ ਮੰਨ ਲਓ ਕਿਸੇ ਸਰਕਮਸਟੈਂਸਸ ਦੇ ਵਿੱਚ ਉਹ 5 ਡਿਗਰੀ ਚੇਂਜ ਹੋ ਗਿਆ। ਜਦੋਂ ਉਹ ਇਨਕਰੀਜ਼ ਹੋ ਗਿਆ ਦੁਪਹਿਰ ਦੇ ਟਾਈਮ ਤੇ ਟੈਂਪਰੇਚਰ ਤਾਂ ਵੋਲਿਊਮ ਆਫ ਸੋਲਿਊਸ਼ਨ ਵਿਲ ਡੈਫੀਨਿਟਲੀ ਰਾਈਜ਼ ਅਪ ਤੇ ਜਦੋਂ ਵੋਲਿਊਮ ਚੇਂਜ ਹੋ ਗਿਆ ਤਾਂ ਮੋਲੈਰਿਟੀ ਦੀ ਵੈਲਿਊ ਵੀ ਚੇਂਜ ਹੋ ਜਾਏਗੀ। ਸੋ ਮੋਲੈਰਿਟੀ ਜਿਹੜੀ ਹੈ ਆਪਣੀ ਐਕਿਊਰੇਸੀ ਲੂਜ਼ ਕਰ ਦਿੰਦੀ ਹੈ ਜੇ ਟੈਂਪਰੇਚਰ ਚੇਂਜ ਹੋ ਜੇ। ਸੋ ਦਿਸ ਇਜ਼ ਵਨ ਬਿਗ ਡਿਸਐਡਵਾਂਟੇਜ ਆਫ ਮੋਲੈਰਿਟੀ। ਨੈਕਸਟ ਕੰਸੈਂਟ੍ਰੇਸ਼ਨ ਟਰਮ ਇਜ਼ ਮੋਲੈਲਿਟੀ। ਮੋਲੈਲਿਟੀ ਨੂੰ ਆਪਾਂ ਸਮਾਲ m ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਮੋਲੈਲਿਟੀ ਦੀ ਡੈਫੀਨੇਸ਼ਨ ਕੀ ਹੈ? number of moles of solute dissolved in 1 kg of solvent। solvent ਦੇ 1 ਕਿਲੋ ਦੇ ਵਿੱਚ solute ਦੇ ਕਿੰਨੇ moles dissolved ਹੈ ਉਹਨੂੰ ਆਪਾਂ ਕਹਿੰਦੇ ਆ molality।
नंबर ऑफ मोल्स ਦਾ ਫਾਰਮੂਲਾ ਕੀ ਹੁੰਦਾ ਹੈ गिवन मास अपॉन GMM और जे ਆਪਾਂ weight of solvent ਨੂੰ grams ਚ ਲੈ ਲੈਂਦੇ ਆ ਤਾਂ ਆਪਾਂ ਨੂੰ 1000 ਦੇ ਨਾਲ ਉੱਪਰ ਇਸ ਨੂੰ ਮਲਟੀਪਲਾਈ ਕਰਨਾ ਪਏਗਾ ਤਾਂ ਫਾਰਮੂਲਾ ਆਪਣਾ molality equal to given mass upon GMM into 1000 upon weight of solvent in grams बन ਜਾਂਦਾ है बिल्कुल ਇਹ ਦੇਖਣ ਨੂੰ ਆਪਾਂ ਨੂੰ molarity जैसा लगता है but this is different क्यों molarity ਦੇ ਵਿੱਚ ਇੱਕ disadvantage ਸੀ ਉਹ temperature ਨਾਲ change ਹੁੰਦੀ ਹੈ but molality ਇੱਥੇ volume ਨਹੀਂ ਹੈ ਇੱਥੇ weight ਹੈ ਜੋ ਕਿ temperature ਦੇ ਨਾਲ change ਨਹੀਂ ਹੁੰਦਾ ਇਸ ਕਰਕੇ out of molarity and molality molality is better because it involves weight इनदे विच weight involve ਹੁੰਦਾ है solvent ਦਾ और weight कदे भी temperature ਦੇ ਨਾਲ change नहीं ਹੁੰਦਾ whereas molarity involves volume which may change with the change in temperature ਇੱਥੇ ਇੱਕ ਹੋਰ interesting point note ਕਰਨ ਵਾਲਾ ਹੈ ਕਈ ਵਾਰ examination ਚ ਪੁੱਛ ਵੀ ਲਿੱਤਾ ਜਾਂਦਾ ਹੈ ਕਿ out of 1 molar and 1 molal which is more concentrated and why मोर कंसनट्रेटेड का मतलब है कि किंदे च सल्यूट दी मात्रा ज्यादा होएगी ते क्यों अपना आंसर है 1 molar is more concentrated because it contains 1 mole in 1000 ml of solution मतलब सल्यूट ते सॉल्वेंट पर 1 मोलल का मतलब की होएगा कि उनदे विच भी 1 मोल है 1 किलो सॉल्वेंट दे विच so our answer comes out to be 1 molar is more concentrated. एक मोल घट solution च present है ते इत्थे एक मोल वध solvent च present है इत्थे solvent दी मात्रा घट है इत्थे solvent दी मात्रा ज्यादा है इस करके molar जेड़ा है वो ज्यादा concentrated है than molal. Next concentration term है normality. Normality is defined as number of gram equivalents per liter of solution. Formula इसे definition चो निकले आंदा है. Normality is equal to number of gram equivalents divided by volume of solution in liter. ते जे आपां volume of solution नू ml च ले लैने हैं तां इस तरीके दे नाल आपां नू change लियानी पएगी 1000 upon volume हो जाएगा. नंबर ऑफ ग्राम इक्विवेलेंट्स का मतलब की हुंदा है जिस तरह अपन नंबर ऑफ मोल्स कहने हैं गिवन मास अपॉन जीएमएम उसी तरह नंबर ऑफ ग्राम इक्विवेलेंट्स होंगे गिवन मास अपॉन इक्विवेलेंट मास नॉर्मैलिटी नु ਆਪਾਂ n ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਤੇ ਇਹਦੇ ਜਿਹੜੇ ਯੂਨਿਟਸ ਹੁੰਦੇ ਆ ਉਹ ਆਪਾਂ ਗ੍ਰਾਮ ਇਕੁਇਵਲੈਂਸ ਪਰ ਲੀਟਰ ਦੀ ਸ਼ਕਲ ਦੇ ਵਿੱਚ ਲਿਖ ਸਕਦੇ ਹਾਂ ਹੁਣ ਕਈ ਸਟੂਡੈਂਟਸ ਨੂੰ ਇੱਥੇ ਇਕੁਇਵਲੈਂਟ ਮਾਸ ਨਹੀਂ ਪਤਾ ਹੋਏਗਾ ਇਕੁਇਵਲੈਂਟ ਮਾਸ ਕੀ ਹੁੰਦਾ ਹੈ molecular mass ਨੂੰ ਕਿਸੇ ਨੰਬਰ x ਨਾਲ ਡਿਵਾਈਡ ਕਰ ਦਿੰਨੇ ਆ now what is x ਜੇ ਆਪਾਂ ਕੋਈ ਬੇਸ ਲੈ ਰਹੇ ਹਾਂ ਤਾਂ x is acidity of the base और जे ਆਪਾਂ ਕੋਈ ਐਸਿਡ ਲੈ ਰਹੇ ਹਾਂ ਤਾਂ x is basicity of acid acidity ਦਾ ਕੀ ਮਤਲਬ ਹੋਏਗਾ ਕਿ ਕਿਸੇ ਬੇਸ ਦੇ ਵਿੱਚ ਕਿੰਨੇ ਹਾਈਡਰੋਕਸਿਲ ਆਇਨ ਹੈ और basicity of acid ਦਾ मतलब ਹੋਏਗਾ ਕਿ ਕਿਸੇ ਐਸਿਡ ਦੇ ਵਿੱਚ ਕਿੰਨੇ H ਪੋਜ਼ਿਟਿਵ ਹੈ ਜੋ ਈਜ਼ੀਲੀ ਲੂਜ਼ ਕੀਤੇ ਜਾ ਸਕਦੇ ਹਨ ਤੇ ਜੇ ਇਹ X ਕੋਈ ਜੇ ਸਪੋਜ਼ ਆਪਣੇ ਕੋਲੇ ਕੋਈ ਸਾਲਟ ਹੈ ਤਾਂ X is the number of positive charges on cation ਜੇ ਕੋਈ ਆਪਾਂ ਸਾਲਟ ਲਿੱਤਾ ਹੈ ਜਿੰਨਾ ਆਪਾਂ ਗਿਵਨ ਮਾਸ ਵਗੈਰਾ ਲੈ ਰਹੇ ਹਾਂ ਤਾਂ ਇਕੁਇਵਲੈਂਟ ਮਾਸ ਹੁੰਦਾ ਕਿੰਨਾ ਬਣੇਗਾ मॉलिक्यूलर मास सॉल्ट दा लेके डिवाइडेड बाय x और x की होएगा कटायन दे उत्ते किन्ने पॉजिटिव चार्जेस है ਹੁਣ ਆਪਾਂ ਜਿਹੜੀਆਂ ਕੰਸੈਂਟ੍ਰੇਸ਼ਨ ਟਰਮਸ ਕਰ ਚੁੱਕੇ हैं ਉਹਨਾਂ ਦੇ ਆਧਾਰ ਤੇ ਕੁਝ ਗੱਲਾਂ ਨੋਟ ਕਰਨ ਵਾਲੀਆਂ ਯਾਦ ਰੱਖਣ ਵਾਲੀਆਂ ਹੈ ਕਈ ਬੱਚੇ ਛੋਟੇ ਜਿਹੇ ਪੁਆਇੰਟ ਤੇ ਹੀ ਮਿਸਟੇਕ ਕਰ ਜਾਂਦੇ ਹੈ ਮਿਲੀਲੀਟਰ ਤੇ ਸੀਸੀ या क्यूबिक सेंटीमीटर वो इन्हां चीज़ां नूं ही अलग-अलग समझे जाते हैं बेटा एक ml कह लो या एक cc कह लो क्यूबिक सेंटीमीटर या सेंटीमीटर क्यूब कह लो इक्को ही गल है लीटर जेड़ा है दैट इज क्यूबिक डेसीमीटर या डेसीमीटर क्यूब
1 ਲੀਟਰ ਦੇ ਵਿੱਚ 1000 ml ਹੁੰਦੇ ਹੈ। ਇਹ ਪੁਆਇੰਟ ਕਦੇ ਵੀ ਨਹੀਂ ਭੁੱਲਣਾ। ਸੋ 1 ਲੀਟਰ is equal to 1000 ml ਵੀ ਲਿਖ ਸਕਦੇ हैं, cc भी लिख सकते हैं, सेंटीमीटर क्यूब भी लिख सकते हैं। दूसरा जिहड़ा पॉइंट है कि मोल फ्रैक्शन और मोलैलिटी, ये सारियां कंसंट्रेशन टर्म्स दे विचों बेटर मन्निया जांदियां। क्यों? क्योंकि दे आर इंडिपेंडेंट ऑफ टेंपरेचर। इन्हां दे विच नंबर ऑफ मोल्स इन्वॉल्व हुंदे हैं या वेट ऑफ सॉल्वेंट इन्वॉल्व हुंदा है। इहदे विच किसी भी तरह दा वॉल्यूम इन्वॉल्व नहीं है। इस करके इन्हां दोनों कंसंट्रेशन टर्म्स नूं बेटर मन्निया जांदा है दैन अदर्स। हुण जदों आपां कोई एक एसिड, सपोज तुहानूं कहा गया है कि 2 नॉर्मल 50 ml HCl है, ਉਹਨੂੰ 3 नॉर्मल 100 ml HCl ਦੇ ਵਿੱਚ ਮਿਕਸ ਕੀਤਾ, ਠੀਕ ਹੈ, ਤਾਂ ਜਿਹੜਾ ਨਵਾਂ ਸੋਲੂਸ਼ਨ ਬਣੇਗਾ ਉਹਦੀ ਕਿੰਨੀ ਨਾਰਮੈਲਿਟੀ, ਕਿੰਨਾ ਵੋਲਿਊਮ ਹੋਏਗਾ। ਉੱਥੇ ਆਪਾਂ ਜਦੋਂ ਇਸੇ ਤਰ੍ਹਾਂ ਸੋਲੂਸ਼ਨਸ ਮਿਕਸ ਕਰਦੇ ਆ ਨਾ, ਦੋ ਸੋਲੂਸ਼ਨਸ ਨੂੰ ਮਿਕਸ ਕੀਤਾ ਹੈ ਤਾਂ ਆਪਾਂ ਇਹ ਵਾਲਾ ਫਾਰਮੂਲਾ ਇਸਤੇਮਾਲ ਕਰਾਂਗੇ। सपोज M1 मोलैरिटी दा V1 वॉल्यूम सी ते M2 मोलैरिटी दा V2 वॉल्यूम सी। HCl दे ये दोनों सॉल्यूशंस हैं, इन्हां नूं मिक्स करता ते नवे सॉल्यूशन दी मोलैरिटी कितनी होएगी, वो M3 होएगी। वो तुसी इस फॉर्मूले तो कैलकुलेट कर सकते हो। सपोज आपां एक एसिड, जिस तरह आही कह रही है मैं 2 नॉर्मल या 2 मोलर कुछ भी ले लिया, मैं इहदे च पानी होर पा दिता 50 ml, तो मैं वॉल्यूम चेंज करता, सपोज 500 ml बनाता है, मैं 450 ml होर पा दिता, तो हुण जिहड़ा सॉल्यूशन है उनकी मोलैरिटी चेंज हो जाएगी क्योंकि वॉल्यूम चेंज हो गया, नॉर्मैलिटी भी चेंज हो जाएगी। तो नवे सॉल्यूशन की मोलैरिटी कितनी होएगी वो आपां इह फॉर्मूले दे अनुसार कढ सकते हैं। पुराने सॉल्यूशन की मोलैरिटी, पुराना वॉल्यूम, नवा वॉल्यूम आपां नूं पता है ते नवी मोलैरिटी इत्थों दी आपां कढ सकते हैं। इस तो इलावा नॉर्मैलिटी ते मोलैरिटी आपस दे विच इस सिंपल फॉर्मूले दे नाल रिलेटेड है। नॉर्मैलिटी इज इक्वल टू मोलैरिटी मल्टीप्लाइड बाय मोलर मास विच इज डिवाइडेड बाय इक्विवेलेंट मास। मोलर मास और इक्विवेलेंट मास दी रेशो नूं जदों आपां मोलैरिटी नाल मल्टीप्लाई कर दांगे तां अपने कोले नॉर्मैलिटी दी वैल्यू आ जाएगी। एक न्यूमेरिकल होर करके देखते हैं जिंदी स्टेटमेंट है कि 250 ml of 1.5 molar solution of sulfuric acid is diluted by adding 5 liter of water. What is molarity of diluted solution? ध्यान नाल पहले क्वेश्चन नू समझो कि अपने कोले एक फ्लास्क दे विच सॉल्यूशन पाया होया है। This is 1.5 molar H2SO4 solution. In the volume कितना है? In the volume है 250 ml. आप इंदे विच पानी पा दिता, होर पानी पा दिता, ते कितना पानी आपां होर पाया है? 5 लीटर। 5 लीटर दा मतलब है 5000 ml। सो आपां पहला जिहड़ा अपने कोले मोलैरिटी है दैट इज 1.5 मोलर, जिहड़ा पहला वॉल्यूम इनिशियल वॉल्यूम है दैट इज 250 ml। नवी मोलैरिटी असी फाइंड आउट करनी है डाइल्यूटेड सॉल्यूशन दी, ते हुण साडे कोले वॉल्यूम कितना हो गया, ये ध्यान नाल सोच के करन वाली गल है। पहला वॉल्यूम सीगा 250 ml ते हुण आपां 5000 ml यानी कि 5 लीटर होर पा दिता, ਤੇ ਜਦੋਂ ਆਪਾਂ 5000 और 250 ਨੂੰ ਐਡ ਕਰਾਂਗੇ ਤਾਂ ਆਪਣੇ ਕੋਲੇ ਵੋਲਿਊਮ ਆ ਜਾਏਗਾ 5250 ml। ਤਾਂ ਹੁਣ ਆਪਾਂ ਇਸ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਕਰ ਦਈਏ। ਇਨੀਸ਼ੀਅਲ ਜਦੋਂ ਆਪਣੇ ਕੋਲੇ ਪਹਿਲਾਂ ਦਿੱਤਾ ਹੋਇਆ ਹੈ, this situation is initial situation, ਸ਼ੁਰੂ ਦੇ ਵਿੱਚ ਸਾਡੇ ਕੋਲੇ 250 ml 1.5 ਮੋਲਰ ਸੋਲੂਸ਼ਨ ਸੀਗਾ, ਬਾਅਦ ਚੋਂ ਅਸੀਂ 5 ਲੀਟਰ ਪਾਣੀ ਹੋਰ ਪਾਤਾ तो फाइनल सोल्यूशन डिल्यूशन दे बाद ये बन गया। तो वैल्यूज पुट करते हैं, M1 इज 1.5, V1 इज 250, M2 असी कैलकुलेट करना है, V2 न्यू वॉल्यूम इज 5250। वैल्यूज पुट करके असी M2 दी वैल्यू कढ लैने हैं तो साडे कोले
0.0714 मोलर आंसर आ जाता है नवे डाइल्यूटेड सॉल्यूशन दी मोलैरिटी। One more question. Commercially available concentrated hydrochloric acid contains 38% HCl by mass. What is molarity of solution if density of solution is 1.19 gram per ml? इस क्वेश्चन ਨੂੰ ਆਪਾਂ ਸਮਝਦੇ ਹਾਂ ਬੇਟੇ ਕਿ ਆਪਾਂ ਨੂੰ ਇੱਕ ਸੈਂਪਲ ਦਿੱਤਾ ਹੋਇਆ ਹੈ HCl ਸੋਲੂਸ਼ਨ ਦਾ जिंदे विच ਆਪਾਂ ਨੂੰ ਕਿਹਾ ਗਿਆ ਹੈ ਕਿ 38% ਬਾय ਮਾਸ HCl ਹੈ। 38% ਬਾय ਮਾਸ HCl ਦਾ ਮਤਲਬ ਇਹ ਹੋਇਆ ਕਿ 38 ग्राम ऑफ HCl in 100 ग्राम of solution। ਸੋਲੂਸ਼ਨ ਦੇ 100 ਗ੍ਰਾਮ ਦੇ ਵਿੱਚ 38 ਗ੍ਰਾਮ HCl ਤੇ ਆਪਾਂ ਨੂੰ ਪੁੱਛਿਆ ਗਿਆ ਹੈ ਮੋਲੈਰਿਟੀ ਕਿੰਨੀ ਹੋਏਗੀ ਜੇ ਡੈਂਸਿਟੀ डेंसिटी का मतलब हुंदा है मास पर यूनिट वॉल्यूम। डेंसिटी का इत्थे मतलब है 1.19 ग्राम हर ml दे विच HCl प्रेजेंट है। सो अपने कोले दिते गए डाटा दे अनुसार 38% तो आपां नू 38 ग्राम HCl दा भार पता लग गया ते सोल्यूशन दा भार है 100 ग्राम। ਆਪਾਂ ਸਭ ਤੋਂ ਪਹਿਲਾਂ ਡੈਂਸਿਟੀ ਦੇ ਫਾਰਮੂਲੇ ਤੋਂ ਵੋਲਿਊਮ ਆਫ ਸੋਲੂਸ਼ਨ ਕੱਢ ਲਵਾਂਗੇ। ਮਾਸ ਆਫ ਸੋਲੂਸ਼ਨ डिवाइडेड बाय डेंसिटी ऑफ सॉल्यूशन। मास ऑफ सॉल्यूशन अपन को पता है 100 ग्राम है, डेंसिटी अपन को गिवन है 1.19 ग्राम पर ml। वैल्यू पुट किते थे अपने को वॉल्यूम ऑफ सॉल्यूशन आ गया 84.03 ml। मोलैरिटी दे इस फॉर्मूला दे विच जदों आपां वैल्यूज पुट करनी है तो गिवन मास अपने को कितना आएगा 38 ग्राम। GMM HCl दा कितना हुंदा है 35.5 इज क्लोरीन दा मास ते 1 हुंदा है HCl दा, सो इट विल बी 36.5 into 1000। वॉल्यूम ऑफ सॉल्यूशन अपने को कितना आ गया 84.03 ml। ਹੁਣ ਜਦੋਂ ਆਪਾਂ ਇਹਦੀ ਕੈਲਕੂਲੇਸ਼ਨ ਕਰਾਂਗੇ ਤਾਂ ਆਪਣੇ ਕੋਲੇ ਮੋਲੈਰਿਟੀ ਆ ਜਾਏਗੀ 12.38 ਮੋਲਰ। ਹੁਣ ਆਪਾਂ ਇੱਕ ਹੋਰ ਕੁਐਸਚਨ ਕਰਨ ਦੀ ਟਰਾਈ ਕਰਦੇ ਹਾਂ। ਕੁਐਸਚਨ ਹੈ what volume of 10 molar HCl and 3 molar HCl should be mixed to get 1 liter of 6 molar HCl solution। ਸਵਾਲ ਤੋਂ ਆਪਾਂ ਨੂੰ ਇਹ पता लग रहा है कि एक अपने को 10 मोलर HCl सोल्यूशन है और एक है अपने को 3 मोलर HCl सोल्यूशन। आपां इन्हां दा कितना वॉल्यूम आपस दे विच मिक्स करिए ताकि साडे कोले 1 लीटर सोल्यूशन बन जाए जिंदी मोलैरिटी 6 मोलर होवे। तां जिवें तुहानूं मैं समझाया सी कि अपने कोले फॉर्मूला M1V1 प्लस M2V2 इज इक्वल टू M3V3। 10 मोलर HCl है, 3 मोलर HCl है और आपा बना दिता है 6 मोलर HCl। इनका वॉल्यूम कितना बनाया आपा 1 लीटर। इंदे किन्ने ml लवांगे, इंदे किन्ने ml लवांगे कि अपने को 1 लीटर बन जाए। सपोज आपा इंदे x ml ले ले या x लीटर ले ले तो इंदा कितना वॉल्यूम होएगा 1 माइनस x लीटर, ताही ये 1 लीटर बनेगा। ਹੁਣ ਆਪਾਂ ਵੈਲਿਊਜ਼ ਪੁੱਟ ਕਰਦੇ ਹਾਂ m1 is 10 multiplied by volume x plus m2 is 3 multiplied by volume 1 minus x, it becomes equal to m3v3। so ਜਦੋਂ ਆਪਾਂ ਇਹਨੂੰ ਕੈਲਕੂਲੇਟ ਕਰਾਂਗੇ ਤਾਂ ਆਪਣੇ ਕੋਲੇ ਕੁਝ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਏਗੀ। ਤਾਂ ਆਪਣੇ ਕੋਲੇ x ਦੀ ਵੈਲਿਊ 3/7 ਜਿਹਨੂੰ ਆਪਾਂ 0.428 ਲੀਟਰ ਵੀ ਕਹਿ ਸਕਦੇ ਹਾਂ ਜਾਂ ਇਹਨੂੰ ਆਪਾਂ 428 ml ਵੀ ਕਹਿ ਸਕਦੇ ਹਾਂ। ਸੋ ਆਪਣੇ ਕੋਲੇ 428 ml 10 ਮੋਲਰ HCl ਦੇ ਲੈਣੇ ਪੈਣਗੇ ਜਿਨ੍ਹਾਂ ਨੂੰ ਆਪਾਂ ਜਿਹੜੇ ਆਪਾਂ 1000 ਦੇ ਵਿੱਚੋਂ 428 ਨੂੰ ਜੇ ਮਾਈਨਸ ਕਰ ਲਈਏ 1 माइनस x अपने को किस तरह आएगा
1 माइनस 0.428 और ये आ जाता अपने को 572.572 लीटर जिन्हों ਆਪਾਂ 572 मिलीलीटर्स भी कह सकते हैं। मतलब 10 मोलर दे ਆਪਾਂ ਲਵਾਂਗੇ 428 ml और 3 मोलर सोल्यूशन दे 572 ml ਲਵਾਂਗੇ ਤਾਂ ਆਪਣੇ ਕੋਲੇ ਜਿਹੜਾ ਰਿਜ਼ਲਟੈਂਟ ਸੋਲੂਸ਼ਨ ਹੈ ਉਹਦੀ ਮੋਲੈਰਿਟੀ 6 मोलर ਹੋਏਗੀ ਤੇ ਉਹਦਾ ਸੋਲੂਸ਼ਨ ਦਾ ਵੋਲਿਊਮ ਜਿਹੜਾ ਹੈ ਉਹ 1 ਲੀਟਰ ਬਣ ਜਾਏਗਾ। आई होप ਇਹ ਤੁਹਾਨੂੰ ਕੁਐਸਚਨਸ ਇਸ ਤਰ੍ਹਾਂ ਇੰਟਰਸਟਿੰਗ ਲੱਗਣਗੇ ਤੇ ਤੁਹਾਨੂੰ ਜਿਸ ਤਰ੍ਹਾਂ ਇਹ ਸਮਝ ਆਏ ਹੈ ਤੇ ਅੱਗੇ ਵੀ ਤੁਸੀਂ ਹੋਰ ਕੁਐਸਚਨਸ खुद ट्राई करूंगी। थैंक यू वेरी मच।